ਦੂਜੀ ਵਾਰੀ ਸਰਕਾਰ ਹੈ ਜਿਹੜੀ ਸੱਤਾ 'ਚ ਆਈ ਹੈ ਬੀਜੇਪੀ, ਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹ ਦੇਸ਼ ਦੇ ਉੱਪਰ ਆਮ ਜਨਤਾ ਦੇ ਉੱਪਰ ਆਪਣੇ ਫੈਸਲੇ ਥੋਪ ਰਹੇ ਨੇ? ਇਹ ਜੋ ਇਹਨਾਂ ਨੇ ਜੋ ਵੀ ਕਦਮ ਚੱਕੇ ਨੇ ਇਹ ਸਾਰੇ ਆਪਣੀ ਸੋਚ ਵਾਸਤੇ ਚੱਕੇ ਨੇ, ਆਮ ਜਨਤਾ ਵਾਸਤੇ ਕੁਝ ਨਹੀਂ ਕਰ ਰਹੇ। ਦੇਖੋ ਇਹ ਤਾਂ ਬਿਲਕੁਲ ਸਪਸ਼ਟ ਹੋ ਗਿਆ ਵਾ, ਮੋਦੀ ਸਰਕਾਰ ਜਿਹੜੀ ਬੀਜੇਪੀ ਹੈ ਨਾ ਜੀ, ਇਹ ਬਿਲਕੁਲ ਡਿਕਟੇਟਰਸ਼ਿਪ ਦਾ ਰੋਲ ਕਰ ਰਹੀ ਆ ਜੀ। ਇਲੈਕਸ਼ਨ ਤੇ ਤੁਸੀਂ ਯੂਪੀ ਇਲੈਕਸ਼ਨ ਤੇ ਗੱਲ ਕਰੀਏ ਆਪਾਂ, ਉਹਦੇ ਤੇ ਆਪਣਾ ਸਰਵੇ ਹੋਰ ਨਿਕਲਿਆ ਸੀ, ਬਟ ਕੀ ਆ ਨਾ ਜੀ, ਜਿਹੜੇ ਅੰਬਾਨੀ ਹੁਣੀ ਆ ਨਾ ਜੀ, ਇਹਨਾਂ ਨੇ ਸਾਰੇ ਤਕਰੀਬਨ ਮੀਡੀਆ ਚੈਨਲਸ ਆਪਣੇ ਹਾਇਰ ਕੀਤੇ ਹੋਏ ਆ, ਇਹਨਾਂ ਦੇ ਅਕੋਰਡਿੰਗ ਨਿਊਜ਼ ਆਉਂਦੀ ਆ। ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਨਾ ਪ੍ਰੋਟੈਸਟ ਦੀ ਨਾ ਜੀ, ਤੇ ਪ੍ਰੋਟੈਸਟ ਦੇ ਉੱਥੇ ਤਕਰੀਬਨ ਇੰਡੀਆ ਦੇ ਜਿਹੜੇ ਮੇਨ ਚੈਨਲਸ ਹਨ ਜੀ, ਉਹਨਾਂ ਨੇ ਇਹੀ ਕਿਹਾ ਕਿ ਇਹ ਟੈਰਰਿਸਟ ਵਾ, ਬਟ ਉੱਥੇ ਕੋਈ ਪਾਰਟੀ ਕੋਈ ਬਿਲੋਂਗ ਨਹੀਂ, ਸਾਰੇ ਫਾਰਮਰਸ ਪ੍ਰੋਟੈਸਟ ਕਰਨ ਦੇ ਆ। ਇਹਦੇ ਵਿੱਚ ਕੋਈ ਗੱਲ ਹੀ ਨਹੀਂ, ਮੋਦੀ ਸਰਕਾਰ ਧੱਕੇ ਨਾਲ ਹੀ ਬਿੱਲ ਥੋਪ ਰਹੀ ਆ ਜੀ। ਜੇ ਉਹ ਫਾਰਮਰਸ ਕਹਿੰਦੇ ਸਾਨੂੰ ਨਹੀਂ ਚਾਹੀਦੇ ਤਾਂ ਕੈਂਸਲ ਕਰ ਦੇਵੇ, ਇਹਦੇ ਵਿੱਚ ਤਾਂ ਕੋਈ ਵੱਡੀ ਗੱਲ ਹੀ ਨਹੀਂ ਗੀ ਨਾ ਜੀ। ਉਹ ਮਤਲਬ ਮੈਨੀਪੂਲੇਟ ਕਰ ਰਹੀ ਹੈ ਲੋਕਾਂ ਨੂੰ, ਇਹ ਕਹਿ ਕੇ ਕਿ ਨਹੀਂ ਇਹ ਤੁਹਾਡੇ ਚੰਗੇ ਵਾਸਤੇ ਆ, ਤੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਕਹਿ ਰਹੀ ਕਿ ਐਜੂਕੇਟਿਡ ਨਹੀਂ ਆ, ਉਹਨਾਂ ਨੂੰ ਪਤਾ ਨਹੀਂ ਆ। ਹਾਂਜੀ ਹਾਂਜੀ, ਬਾਕੀ ਨਾ ਜੀ ਇਹ ਅਨਪੜ੍ਹ ਹੈਗਾ ਵਾ ਜੀ, ਇਹ ਗੱਲ ਵਾਕਈ ਸੱਚ ਆ। ਆਪਾਂ ਐਜ਼ ਕੰਪੇਅਰ ਟੂ ਪਾਕਿਸਤਾਨ ਨਾਲ ਹੀ ਕਰ ਲੈਂਦੇ ਆ, ਮੰਨਦੇ ਆ ਉਹਨਾਂ ਦੀ GDP ਆਪਣੇ ਨਾਲੋਂ ਥੱਲੇ ਆ, ਬਟ ਇਸ ਟਾਈਮ ਨਾ ਜੀ ਉਹ ਆਪਣੇ ਨਾਲੋਂ ਜ਼ਿਆਦਾ ਉੱਤੇ ਆ ਰਹੇ ਆ। ਨਾਲੇ ਸੈਕਿੰਡ ਗੱਲ, ਇਹ ਗੱਲ ਸੱਚੀ ਆ ਜੀ, ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆ ਉਹ ਕੱਪ ਜਿੱਤ ਕੇ ਬਣਿਆ ਵਾ, ਤੇ ਆਪਣੇ ਵਾਲਾ ਮੋਦੀ ਕੱਪ ਧੋ ਕੇ ਬਣਿਆ ਵਾ ਜੀ। ਠੀਕ ਆ ਜੀ, ਹਾਂਜੀ ਹਾਂਜੀ, ਇਹ ਇੰਨਾ ਕੁ ਫਰਕ ਆ ਜੀ। ਬਾਕੀ ਸ਼ਰਮ ਆਉਣੀ ਚਾਹੀਦੀ ਆ ਜੀ ਮੋਦੀ ਦੇ ਭਗਤਾਂ ਨੂੰ, ਜਿਨ੍ਹਾਂ ਨੂੰ ਬਿਲਕੁਲ ਅਕਲ ਨਹੀਂ ਗਈ। ਇੱਕ ਅਨਪੜ੍ਹ ਮੰਤਰੀ ਆਪਣਾ ਪ੍ਰਧਾਨ ਮੰਤਰੀ ਬਣਾਇਆ ਹੋਇਆ, ਜਿਹੜਾ ਕਰੋਨਾ ਦੇ ਟਾਈਮ ਦੇ ਵਿੱਚ ਲੋਕਾਂ ਕੋਲ ਤਾੜੀਆਂ ਮਰਾ ਰਿਹਾ ਸੀ, ਉਹਦੇ ਵਰਗਾ ਬੇਵਕੂਫ ਬੰਦਾ ਕੋਈ ਨਹੀਂ ਜੀ। ਬਿਲਕੁਲ ਆਪਣੀ ਮਨਮਰਜ਼ੀ ਕਰ ਰਹੇ ਆ, ਵੀ ਜੋ ਜਨਤਾ ਚਾਹੁੰਦੀ ਆ ਉਹ ਆਪਣਾ ਪ੍ਰੋਫਿਟ ਦੇਖ ਰਿਹਾ, ਵੀ ਗਾਂ ਉਹਨਾਂ ਨੂੰ ਹੋਰ ਕਿੱਦਾਂ ਪ੍ਰੋਫਿਟ ਹੋ ਸਕਦਾ ਆ, ਵੀ ਜਨਤਾ ਬਾਰੇ ਤਾਂ ਬਿਲਕੁਲ ਨਹੀਂ ਸੋਚ ਰਹੇ। ਹੁਣ ਥੋਪ ਹੀ ਰਿਹਾ, ਹੋਰ 2 ਸਾਲਾਂ ਤੱਕ ਅਸੀਂ ਤਾਂ ਫਿਰ ਸਾਡਾ ਯੂਪੀ ਵਾਲਾ ਹਾਲ ਹੋ ਜਾਣਾ। ਅਸੀਂ ਵੀ ਟਿਫਨ ਜਾ ਚੱਕ ਕੇ ਕਿੱਥੇ ਦਿਹਾੜੀ ਕਰਨ ਜੀ, ਦਿਹਾੜੀ ਕਰਨ ਚੱਲੇ, ਅਸੀਂ ਤਾਂ ਮੋਢੇ ਤੋਂ ਪਾ ਲਿਆ ਕਰਨਾ ਟਿਫਨ, ਐ ਤੁਰੇ ਜਾਇਆ ਕਰਨ ਭਈਆਂ ਵਾਂਗੂ। हाँ बिल्कुल, क्योंकि पहले से ही हो रहा था, बट लोग ब्रेन वॉश थे। अब दूसरी बार आ गए हैं तो, और ज़्यादा मेजॉरिटी से आए हैं तो ऑलरेडी और ज़्यादा पॉलिसीज़ इम्प्लीमेंट हो रही हैं, बट डेफिनेटली थर्ड टाइम नहीं आनी चाहिए, क्योंकि बहुत एक के बाद एक आई मीन सप्रेशन वाला लॉ आ रहा है। बट अब तो CA आ गया, अब फार्मर्स बिल आ गया, फिर उसके बाद अब न्यू पार्लियामेंट भी इनॉग्रेट हो रहा है। सो डेफिनेटली है, बहुत सारे लॉज हैं, तो हाँ सप्रेशन तो है। मेरे ख्याल से भी रिलीजियस एक्सट्रीमिज़म बढ़ गया है। लोग डेमोक्रेसी के नाम पे हमारे कंट्री का फंडामेंटली चेंज कर रहे हैं, कॉन्स्टिट्यूशन को एडिट कर रहे हैं। लोगों को बहुत बड़ी मिसकंसेप्शन है कि डेमोक्रेसी का मतलब है मेजॉरिटी का रूल। डेमोक्रेसी का मतलब सिर्फ ये नहीं है, जाके अपनी किताबें खोलो 9th की। डेमोक्रेसी का मतलब है कि हमें माइनॉरिटीज़ के राइट्स को रिस्पेक्ट करना होता है, हमें सब मिलजुल के इकट्ठे साथ में रहना होता है, और इस सरकार ने इसका काफ़ी अच्छी तरह मजाक उड़ाया है, तो कुछ तो करना पड़ेगा। ਦੇਖੋ ਬਿਲਕੁਲ ਸਹੀ ਗੱਲ ਆ। ਪਹਿਲੀ ਗੱਲ ਤੇ ਮੇਨ ਰੀਜ਼ਨ ਇਹਦਾ ਇਹ ਆ ਕਿ ਉਹਦਾ ਕੋਈ ਕੰਪੀਟੀਸ਼ਨ ਨਹੀਂ ਰਹਿ ਗਿਆ, ਜਿਹੜੇ ਦੂਜੇ ਆ ਉਹ ਤੋਂ ਵੀ ਗਏ ਗੁਜ਼ਰੇ ਆ, ਜਾਂ ਤੇ ਕੋਈ ਕੰਪੀਟੀਸ਼ਨ ਆਵੇ ਫਿਰ ਥੋੜਾ ਫਰਕ ਪਏਗਾ। ਤੇ ਦੂਜੀ ਗੱਲ, ਤੁਹਾਡੀ ਗੱਲ ਬਿਲਕੁਲ ਸਹੀ ਆ, ਡਿਕਟੇਟਰਸ਼ਿਪ ਤੇ ਚੱਲ ਰਹੀ ਆ, ਡੈਮੋਕ੍ਰੇਸੀ ਦੀ ਤਾਂ ਫੀਲ ਹੀ ਨਹੀਂ ਆਉਂਦੀ ਹੁਣ ਇਸ ਦੇਸ਼ 'ਚ। 25 ਕਰੋੜ ਬੰਦਾ, 250 ਮਿਲੀਅਨ ਆਈ ਥਿੰਕ ਦਿੱਲੀ ਬੈਠਾ ਵਾ, ਤੇ ਉਹਨਾਂ ਦੀ ਮਰਜ਼ੀ ਕਿਉਂ ਨਹੀਂ ਮੰਨੀ ਜਾ ਰਹੀ? ਜੇ ਡੈਮੋਕ੍ਰੇਸੀ ਆ ਤਾਂ ਫਿਰ ਤਾਂ ਲੋਕਾਂ ਦੇ ਹੀ ਗੱਲ ਮੰਨਣੀ ਚਾਹੀਦੀ ਆ ਨਾ, ਤਾਂ ਫਿਰ ਇਹ ਤਾਂ ਡੈਮੋਕ੍ਰੇਸੀ ਨਹੀਂ ਆ। 18 ਦਿਨ ਹੋ ਗਏ ਉਹਨਾਂ ਨੂੰ ਦਿੱਲੀ ਬੈਠੇ ਹੋਏ, ਤੁਹਾਨੂੰ ਲੱਗਦਾ ਉਸ ਤੋਂ ਪਹਿਲਾਂ 2 ਮਹੀਨੇ ਇੱਥੇ ਵੀ ਤਾਂ ਹੋ ਗਏ ਸੀਗੇ। ਹੁਣ ਤੱਕ ਡਿਸੀਜਨ ਆ ਜਾਣਾ ਚਾਹੀਦਾ, ਤੇ ਉਹਨਾਂ ਦੇ ਹੱਕ ਦੇ ਵਿੱਚ ਹੀ ਆਉਣਾ ਚਾਹੀਦਾ। ਮੋਦੀ ਨੂੰ ਤਾਂ ਸਾਡੇ ਬਜ਼ੁਰਗ ਨੇ ਇੱਕ ਨੇ ਵਧੀਆ ਜਵਾਬ ਦਿੱਤਾ ਵੀ ਮੋਦੀ ਨੂੰ ਕੋਈ ਮੁੱਕੀਆਂ ਨਾ ਕੁੱਟੇਗਾ। ਹਾਂ ਜੁੱਤੀਆਂ ਵਾਲੇ ਕੰਮ ਕਰਦਾ, ਉਹਨੂੰ ਕਿ ਹਟ ਜਾਵੇ, ਨਹੀਂ ਤਾਂ ਫਿਰ ਹਟਾਉਣਾ ਸਾਰੇ ਜਾਣਦੇ ਆ ਉਹਨੂੰ। ਸਿਸਟਮ ਇਹ ਹੁੰਦਾ ਸੀ, ਜੋ ਬਾਦਲ ਸਰਕਾਰ ਸੀ, ਹੋਰ ਸਰਕਾਰਾਂ ਆਈਆਂ ਸੀ, ਉਹਨਾਂ ਨੇ ਇੰਨੀ ਹਿਤੈਸ਼ੀ ਨਹੀਂ ਕੀਤੀ ਸੀ ਜੋ ਵੀ ਇਹਨਾਂ ਨੇ ਜਨਤਾ ਦਾ ਵੀ ਸੋਚਿਆ ਸੀ। ਭਾਵੇਂ ਖਾਧਾ ਪੀਤਾ ਆਪ ਵੀ ਖਾਧਾ ਆ, ਆਪਣੇ 'ਚ ਉਹਨਾਂ ਨੇ ਜਮ੍ਹਾਂ ਕੀਤੇ ਖਜ਼ਾਨੇ 'ਚ, ਪਰ ਜਨਤਾ ਦਾ ਵੀ ਸੋਚਿਆ ਸੀ ਜੋ ਵੀ। ਹਾਂ ਬਿਲਕੁਲ ਥੋਪ ਰਹੇ ਆ, ਕਿਉਂਕਿ ਜਿਹੜੇ ਕਾਨੂੰਨ ਹੈ ਇਹ ਕਿਸਾਨਾਂ ਨੂੰ ਨਹੀਂ ਚਾਹੀਦੇ, ਕਿਉਂਕਿ ਉਹਨਾਂ ਦੇ ਹੱਕ 'ਚ ਨਹੀਂ ਹੈ। ਉਹਨਾਂ ਨੂੰ ਪਤਾ ਕਿ ਇਹਨਾਂ ਦਾ ਕਿੰਨਾ ਨੁਕਸਾਨ ਹੋਣਾ, ਪਿੱਛੋਂ ਅਖੀਰ 'ਤੇ ਜਾ ਕੇ ਆਪਣੀਆਂ ਪੈਲੀਆਂ 'ਚ ਉਹਨਾਂ ਨੇ ਮਜ਼ਦੂਰ ਬਣ ਕੇ ਰਹਿ ਜਾਣਾ। ਤੋ ਇਸ ਕਰਕੇ ਕੋਈ ਨਹੀਂ ਚਾਹੁੰਦਾ ਕਿ ਅਸੀਂ ਇਹ ਕਾਨੂੰਨ ਲਾਗੂ ਹੋਣ। ਅਸੀਂ ਵੀ ਇੱਕ ਪੂਰਾ ਅਸੀਂ ਜੱਥਾ ਪਰਸੋਂ ਚੌਥ ਜਾ ਕੇ ਆਏ, ਦਿੱਲੀ ਜਾ ਕੇ ਆਏ ਹਾਂ।
ਔਰ ਦਿੱਲੀ ਇੰਨੇ ਸ਼ਾਂਤਮਈ ਢੰਗ ਦੇ ਨਾਲ ਉਹ ਲੋਕ ਕਿੰਨੀ ਦੂਰ ਤੱਕ ਜਿਵੇਂ ਹੜ੍ਹ ਵਾਂਗੂ ਲੋਕ ਇਕੱਠੇ ਹੋਏ ਸਾਰੇ ਔਰ ਇੰਨੇ ਸ਼ਾਂਤਮਈ ਅੰਦੋਲਨ ਕਰ ਰਹੇ ਆ ਔਰ ਇੱਕ ਮਿਸਾਲ ਹੈ ਵੀ ਇੰਨੇ ਸਾਰੇ ਲੋਕ ਹੋਣ ਔਰ ਇੰਨੇ ਪਿਆਰ ਨਾਲ ਸ਼ਾਂਤੀ ਨਾਲ ਜਿਹੜੇ ਕਰ ਰਹੇ ਆ। ਮੇਰਾ ਬੇਟਾ ਉਹਨੇ ਬਹੁਤ ਫੋਟੋ ਖਿੱਚੀਆਂ ਉਹਦੇ ਵਿੱਚ ਜਿਹੜੀਆਂ ਕਿ ਉਹਨੇ ਪਾਉਂਦਾ ਵੀ ਉਹਦੇ ਵਿੱਚ ਹੈ ਔਰ ਕਿੰਨਾ ਜਜ਼ਬਾ ਲੋਕਾਂ ਦੇ ਵਿੱਚ ਹੈਗਾ। ਔਰ ਇੱਕ ਲੜਕਾ 200 ਕਿਲੋਮੀਟਰ ਦੂਰ ਤੋਂ ਹੈਂਡੀਕੈਪਡ ਹੈ ਉਹ ਵੀਲ ਚੇਅਰ ਦੇ ਉੱਤੇ ਜਾ ਰਿਹਾ ਔਰ ਵੀਲ ਚੇਅਰ ਦੇ ਉੱਤੇ ਜਾ ਰਿਹਾ ਮਤਲਬ ਕਿ ਜਦੋਂ ਜਜ਼ਬਿਆਂ ਨੂੰ ਖੰਭ ਲੱਗਦੇ ਆ ਤੇ ਫਿਰ ਲੱਤਾਂ ਨੂੰ ਕੌਣ ਪੁੱਛਦਾ ਜਾਂ ਕੌਣ ਉਹਦਾ ਪਰਵਾਹ ਕਰਦਾ ਇਸ ਗੱਲ ਦੀ। ਸੋ ਇਸ ਕਰਕੇ ਲੋਕਾਂ ਦੇ ਮਨ ਦੇ ਵਿੱਚ ਬੱਚੇ ਦੇ ਮਨ ਜਜ਼ਬਾ ਹੈ ਇਸ ਵੇਲੇ ਉੱਥੇ ਔਰ ਉੱਥੇ ਵੇਖ ਕੇ ਕਈ ਵਾਰ ਤੁਹਾਡੀਆਂ ਅੱਖਾਂ ਭਰਦੀਆਂ ਵੀ ਇੰਨਾ ਪਿਆਰ ਔਰ ਇੱਕ ਕਰੋਨਾ ਨੇ ਤੇ ਇੱਕ ਇਸ ਅੰਦੋਲਨ ਨੇ ਇੱਕ ਵਾਰ ਇਹਦੇ ਜੋ ਨੁਕਸਾਨ ਜਾਓ ਤੇ ਜਿਹੜੇ ਸਾਨੂੰ ਦਿਸਦੇ ਹੀ ਆ ਪਰ ਇੱਕ ਫਾਇਦਾ ਇਹ ਹੋਇਆ ਕਿ ਸਾਰਾ ਪੁਰਾਣਾ ਪੰਜਾਬ ਮੁੜ ਕੇ ਜੀ ਪਿਆ ਔਰ ਸਾਰੇ ਲੋਕੀ ਉੱਥੇ ਕੋਈ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਨਹੀਂ ਸਾਰੇ ਮਤਲਬ ਜਿਵੇਂ ਕਹਿੰਦਾ ਸਾਰੇ ਇੱਕ ਸਲੇਬ ਤੇ ਖੜੇ ਆ ਔਰ ਲੜਾਉਣ ਵਾਲੀਆਂ ਜਿਹੜੀਆਂ ਨੇ ਪੋਲੀਟੀਕਲ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਲੋਕਾਂ ਦਾ ਆਪਸ ਦੇ ਵਿੱਚ ਬਹੁਤ ਪਿਆਰ ਹੈ। ਔਰ ਇੱਦਾਂ ਕਈ ਵਾਰੀ ਹੁੰਦਾ ਹੈ ਜਿਵੇਂ ਪਾਕਿਸਤਾਨ ਬਣਿਆ ਉਦੋਂ ਵੀ ਲੜਾਇਆ ਗਿਆ ਲੋਕਾਂ ਨੂੰ ਲੋਕੀ ਤੁਸੀਂ ਹੁਣ ਵੀ ਪਾਕਿਸਤਾਨ ਵਾਲੇ ਉਹ ਇੱਕੋ ਹੀ ਨੇ ਕੋਈ ਮਤਲਬ ਨਾ ਪੰਜਾਬ ਦਿਲਾਂ 'ਚ ਵਸਦਾ ਤੇ ਇਸ ਕਰਕੇ ਇਹ ਜੋ ਵੀ ਹੋ ਰਿਹਾ ਹੈ ਇਹ ਜਿਹੜੇ ਕਾਨੂੰਨ ਹੈ ਪੂਰੇ ਇਹਨਾਂ ਨੂੰ ਵਾਪਸ ਲੈਣੇ ਪੈਣਗੇ। ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਪਾਰਲੀਮੈਂਟ ਤੇ ਇੰਨੇ ਕਰੋੜਾਂ ਰੁਪਏ ਖਰਚ ਰਹੇ ਨੇ ਉਹਨਾਂ ਨੂੰ ਪਹਿਲਾਂ ਇਹ ਕਿਸਾਨਾਂ ਦੇ ਮੁੱਦਿਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ? ਚਲ ਬੇਟੇ ਪੈਸੇ ਆ ਜਿਹੜੇ ਡਿਵੈਲਪਮੈਂਟ ਵੱਲ ਲਾਣੇ ਚਾਹੀਦੇ। ਇਹਦੇ ਬਾਰੇ ਮੈਂ ਬਹੁਤ ਡਿਟੇਲਸ ਨਹੀਂ ਜਾਣਦੀ ਪਰ ਮੈਂ ਸਮਝਦੀ ਹਾਂ ਕਿ ਜਿਹੜਾ ਕਿਸਾਨਾਂ ਦਾ ਇਸ ਵੇਲੇ ਮੁੱਦਾ ਹੈ ਉਹ ਸਾਰਿਆਂ ਦਾ ਇਨਸਾਨੀਅਤ ਦਾ ਮੁੱਦਾ ਹੈ ਕਿਸਮ ਦਾ ਔਰ ਸਾਰੇ ਵਰਲਡ ਦਾ ਇਕੱਠਾ ਸਾਂਝਾ ਸਾਰੀ ਦੁਨੀਆ ਸਾਰਾ ਜਹਾਨ ਨਾਲ ਹੋਇਆ ਇਸ ਵੇਲੇ ਔਰ ਸਾਰੇ ਮਹਿਸੂਸ ਕਰ ਰਹੇ ਆ ਇਸ ਗੱਲ ਨੂੰ ਕਿਉਂਕਿ ਜਦੋਂ ਕਿਸਾਨ ਕਹਿ ਰਹੇ ਆ ਸਾਨੂੰ ਇਹ ਨਹੀਂ ਚਾਹੀਦੇ ਤੇ ਫਿਰ ਕਿਉਂ ਥੋਪੇ ਜਾ ਰਹੇ ਹੋ ਕਾਨੂੰਨ ਹੈ ਨਾ। ਜਿਸ ਕਰਕੇ ਜਿਹੜੇ ਕਾਨੂੰਨ ਹੈ ਇਹ ਬਿਲਕੁਲ ਇਹਨਾਂ ਨੂੰ ਰੱਦ ਕਰਨੇ ਚਾਹੀਦੇ ਆ ਕੋਈ ਉਹਦੇ ਸੋਧਾਂ ਸਾਧਾਂ ਕੁਛ ਦੀ ਲੋੜ ਰੱਦ ਕਰਨੇ ਚਾਹੀਦੇ ਆ। ਅਸੀਂ ਬੜੇ ਮਤਲਬ ਇਹ ਹਰ ਕੋਈ ਇਹ ਚਾਹੁੰਦਾ ਹੈ ਔਰ ਹੁਣ ਇਸ ਵੇਲੇ ਕੋਈ ਜੇ ਫੁੱਟ ਪਵਾ ਦੇਵੇ ਆਪਸ ਦੇ ਵਿੱਚ ਜਾਂ ਕਿਸ ਤਰ੍ਹਾਂ ਪਰ ਇਦਾਂ ਦੀ ਕੋਈ ਬਾਹਰੋਂ ਕੋਈ ਸ਼ਰਤ ਹੋਏਗੀ ਅਦਰਵਾਈਜ਼ ਲੋਕ ਸਾਰੇ ਇਕੱਠੇ ਆ ਇੱਕੋ ਥਾਂ ਤੇ ਖੜੇ। ਮੈਂ ਵੇਖ ਕੇ ਆਈ ਹਾਂ ਸਾਰਿਆਂ ਨੂੰ ਤੇ ਕੋਈ ਤੇਰ ਮੇਰ ਨਹੀਂ ਹੈ ਬਿਲਕੁਲ ਜਦੋਂ ਨਮਾਜ਼ ਉਹ ਪੜ੍ਹਦੇ ਆ ਤੇ ਜਿਹੜੇ ਸਾਡੇ ਸਿੱਖ ਹੈ ਉਹ ਇੱਕ ਪਾਸੇ ਖੜੇ ਆਂਦੇ ਵੀ ਡਿਸਟਰਬੈਂਸ ਨਾ ਹੋਵੇ ਹੈ ਨਾ। ਤਾਂ ਸਾਰੇ ਧਰਮ ਸਭ ਕੁਝ ਇਕੱਠਾ ਹੈ ਇਸ ਵੇਲੇ ਤੇ ਇਸ ਕਰਕੇ ਲੋਕਾਂ ਦੇ ਵਿੱਚ ਜਿਹੜਾ ਪੁਰਾਣਾ ਪਿਆਰ ਸੀ ਨਾ ਜਿਹੜਾ ਪੁਰਾਣਾ ਪੰਜਾਬ ਆ ਉਹ ਜਾਗ ਪਿਆ ਇੱਕ ਵਾਰੀ ਫੇਰ ਤੇ ਉਹ ਇੱਕੋ ਥਾਂ ਤੇ ਖੜੇ ਆ ਤੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਲੈਣੇ ਪੈਣਗੇ ਇਹਨਾਂ ਨੂੰ। ਮੈਂ ਜੀ ਦਿੱਲੀੋਂ ਆਇਆ ਅੱਜ ਜਿਹੜਾ ਸੀ ਸਾਡੀ ਕਿਸਾਨ ਯੂਨੀਅਨਾਂ ਦੀ ਇਹ ਸੀ ਮਿੱਥਿਆ ਗਿਆ ਕਿ ਜਿੰਨੇ ਵੀ ਡੀਸੀ ਦਫ਼ਤਰ ਨੇ ਹਿੰਦੁਸਤਾਨ ਦੇ ਸਾਰਿਆਂ ਦੇ ਅੱਗੇ ਮੰਗ ਪੱਤਰ ਜਿਹੜਾ ਰੱਖਿਆ ਜਾਵੇ। ਅੱਜ ਜਲੰਧਰ ਦੇ ਵਿੱਚ ਸਾਰਿਆਂ ਨੇ ਏਕਾ ਕਰਕੇ ਜਿਹਦੇ ਵਿੱਚ ਬੀਬੀਆਂ ਵੀ ਬਜ਼ੁਰਗ ਵੀ ਨੌਜਵਾਨ ਵੀ ਮਤਲਬ ਹਰ ਇੱਕ ਵਰਗ ਜਿਹੜਾ ਉਹਨਾਂ ਇਕੱਠਿਆਂ ਹੋ ਕੇ ਮੰਗ ਪੱਤਰ ਜਿਹੜਾ ਡੀਸੀ ਨੂੰ ਸੌਂਪਿਆ ਜਲੰਧਰ ਦੇ ਵਿੱਚ। ਇਹ ਜਿਹੜੀ ਆਵਾਜ਼ ਆ ਮੈਨੂੰ ਤੇ ਇੱਕ ਇਹ ਸਮਝ ਨਹੀਂ ਆ ਰਹੀ ਭਈ ਨਿੱਕੀ ਜੀ ਗੱਲ ਤੋਂ ਤੇ ਐਡਾ ਮੁੱਦਾ ਬਣ ਨਹੀਂ ਸਕਦਾ। ਸਾਰੀ ਦੁਨੀਆ ਪੜ੍ਹੀ ਲਿਖੀ ਹੈ ਕੋਈ ਛੋਟੀ ਗੱਲ ਹੋਵੇ ਤੇ ਉਹਦੇ ਤੋਂ ਐਡਾ ਇਹ ਮੁੱਦਾ ਬਣਦਾ। ਪ੍ਰਧਾਨ ਮੰਤਰੀ ਜੀ ਜਿੱਦਣ ਖੜੇ ਹੋਏ ਸੀ ਤੇ ਆਪਾਂ ਲੋਕਾਂ ਇਹਨੂੰ ਵੋਟਾਂ ਪਾਈਆਂ ਇਹਨੇ ਸਾਨੂੰ ਹਸੀਨ ਸੁਪਨੇ ਵਿਖਾਏ ਅੱਛੇ ਦਿਨ ਆਨੇ ਵਾਲੇ ਹੈ ਅੱਛੇ ਦਿਨ ਆਨੇ ਵਾਲੇ ਹੈ। ਦੱਸੋ ਕੀ ਅੱਛਾ ਦਿਨ ਆਇਆ ਜਦੋਂ ਮੋਦੀ ਇਲੈਕਸ਼ਨ ਲੜੀ ਉਦੋਂ 60 ਰੁਪਏ ਲੀਟਰ ਜਿਹੜਾ ਕਿਲੋ ਸਰੋਂ ਦਾ ਤੇਲ ਸੀ ਮਤਲਬ ਜੋ ਅੱਜ ਮਹਿੰਗਾਈ ਇਹਦੇ ਨਾਲੋਂ ਤਿੰਨ ਹਿੱਸੇ ਘੱਟ ਸੀ 4 ਯਾਨੀ ਕਿ ਜੇ ਅੱਜ ਰੁਪਈਆ ਮਹਿੰਗਾਈ ਹੈ ਤੇ ਉਦੋਂ 25 ਪੈਸੇ ਸੀ। ਇਹਨੇ ਦੇਸ਼ ਨੂੰ ਲੋਕਾਂ ਨੂੰ ਸੁਪਨੇ ਦੇ ਕੇ ਕਿੱਥੇ ਇਸ ਮੋਦੀ ਦੀ ਇੱਜ਼ਤ ਹੁੰਦੀ ਸੀ ਪੂਰੇ ਵਰਲਡ 'ਚ ਤੇ ਜਿਹੜੇ ਬੰਦੇ ਦੀ ਇੱਜ਼ਤ ਹੀ ਨਾ ਰਹੇ ਤੇ ਮਗਰ ਨਿਆਣਾ ਪੂਰੇ ਵਰਲਡ 'ਚ ਗਾਲਾਂ ਕੱਢਣ ਦੇ ਉਹਦੇ ਪੱਲੇ ਕੀ ਰਹਿ ਗਿਆ। ਅਜੇ ਵੀ ਜੇ ਕੋਈ 4 ਸਾਲ ਜ਼ਿੰਦਗੀ ਦੇ ਸੁੱਖ ਦੇ ਕੱਢਣੇ ਹੂੰ ਤੇ ਇਹ ਕਾਲੇ ਕਾਨੂੰਨ ਵਾਪਸ ਲੈ ਲੈ ਨਹੀਂ ਤੇ ਇੰਨੇ ਲੋਕਾਂ ਦੀਆਂ ਬਦਵਾਂ ਹੀ ਇਹਨੂੰ ਲੈ ਜਾਣਾ। ਕਿਉਂਕਿ ਜਦੋਂ ਵੀ ਕੋਈ ਰਾਜਾ ਹੰਕਾਰੀ ਹੋਇਆ ਇੱਥੇ ਸਿਕੰਦਰ ਵਰਗੇ ਨਹੀਂ ਰਹੇ ਤੇ ਮੋਦੀ ਕੀ ਚੀਜ਼ ਹੈ। ਜਦੋਂ ਵੀ ਕੋਈ ਬੰਦਾ ਦੇਸ਼ ਦਾ ਹੰਕਾਰੀ ਹੋਇਆ ਡਿਕਟੇਟਰਸ਼ਿਪ ਉਹਨੇ ਕੀਤੀ ਹੈ ਤਾਨਾਸ਼ਾਹੀ ਕੀਤੀ ਹੈ ਉਹਦਾ ਹਾਲ ਮਾੜਾ ਹੀ ਹੋਇਆ। ਇਹ ਬਿਲਕੁਲ ਸਹੀ ਗੱਲ ਹੈ ਜੇ ਜੋ ਹੁਣ ਫੈਸਲੇ ਹੋ ਰਹੇ ਹੈਗੇ ਇਹ ਡਿਕਟੇਟਰਸ਼ਿਪ ਹੀ ਹੈ ਇਹ ਡੈਮੋਕ੍ਰੇਸੀ ਦਾ ਕੋਈ ਵੀ ਇਹਦੇ ਵਿੱਚ ਜਗ੍ਹਾ ਨਹੀਂ ਹੈ।
ਜੋ ਵੀ ਇਹ ਫੈਸਲੇ ਹੈਗੇ ਮਤਲਬ ਬਾਇਲੇਟਰਲ ਤਾਂ ਹੈ ਹੀ ਨਹੀਂਗੇ, ਵਨ ਸਾਈਡਡ ਹੈਗੇ। ਜੋ ਇਹਨਾਂ ਨੇ ਇੱਕ ਵਾਰੀ ਕਹਿਤਾ ਉਹ ਕਾਨੂੰਨ ਬਣ ਜਾਂਦਾ ਹੈ, ਠੀਕ ਨਹੀਂ। ਉਹ ਕਾਨੂੰਨ ਲੋਕਾਂ ਦੇ ਪੱਖ 'ਚ ਕਦੀ ਵੀ ਨਹੀਂ ਹੋਇਆ ਤੇ ਕਦੀ ਮਤਲਬ ਲੋਕਾਂ ਦੇ ਬਰਖਲਾਫ ਹੀ ਜਾਂਦਾ ਹੈਗਾ। ਲੋਕ ਬਹੁਤ ਦੁਖੀ ਹੁੰਦੇ ਆ ਤੇ ਇਸ ਕਰਕੇ ਗਵਰਨਮੈਂਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਕੋਈ ਫੈਸਲਾ, ਜਿਹੜਾ ਵੀ ਉਹ ਕਾਨੂੰਨ ਤੁਸੀਂ ਬਣਾਉਣਾ ਹੈਗਾ, ਉਹ ਡੈਮੋਕ੍ਰੈਟਿਕ ਵੇ ਦੇ ਨਾਲ ਸਾਰਿਆਂ ਦੀ ਰਾਏ ਮੱਦੇਨਜ਼ਰ ਰੱਖ ਕੇ ਸਾਰਿਆਂ ਦੇ ਲੋਕਾਂ ਦੇ ਸਲਾਹ ਲੈ ਕੇ ਫਿਰ ਬਣਾਉਣਾ ਚਾਹੀਦਾ। ਇਹ ਨਹੀਂ ਵੀ ਹੈ ਜੋ ਕੁਛ ਮਤਲਬ ਉਹਨਾਂ ਨੇ ਮਤਲਬ ਬਣਾਤਾ ਉਹ ਫੁੱਲ ਐਂਡ ਫਾਈਨਲ ਹੈਗਾ। ਲੋਕਾਂ ਦੀ ਰਾਏ ਜਿਹੜੀ ਹੈਗੀ ਹੈ ਇਹਦੇ ਵਿੱਚ, ਇਹ ਡੈਮੋਕ੍ਰੇਸੀ ਦੇ ਵਿੱਚ ਇੱਕੋ ਇਹ ਵੀ ਲੋਕਾਂ ਦੀ ਰਾਏ ਜਿਹੜੀ ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਮਤਲਬ ਮਾਇਨੇ ਰੱਖਦੀ ਹੈ। ਤੇ ਜਿੱਦਾਂ ਯੂਪੀ ਇੱਕ ਵੱਡਾ ਐਗਜ਼ਾਮਪਲ ਆ, ਜਿੱਥੇ ਪਹਿਲੇ ਆ ਬਿੱਲ ਪਾਸ ਕੀਤੇ ਗਏ ਆ, ਫਿਰ ਵੀ ਉਹ ਐਗਜ਼ਾਮਪਲ ਨੂੰ ਦੇਖ ਕੇ ਹਾਲੇ ਤੱਕ ਸਰਕਾਰ ਨੂੰ ਸਮਝ ਨਹੀਂ ਆਈ ਕਿ ਇਹਦੇ ਵਿੱਚ ਕੋਈ ਉਹਨਾਂ ਦਾ ਚੰਗਾ ਨਹੀਂ ਹੋ ਰਿਹਾ ਕਿਸਾਨਾਂ ਦਾ। ਦੇਖੋ ਜੀ, ਇਹ ਗੱਲ ਇਹ ਆ ਵੀ ਇਹਦੇ ਵਿੱਚ ਕਿਸਾਨਾਂ ਦਾ ਬਿਲਕੁਲ ਚੰਗਾ ਹੈ ਨਹੀਂ। ਇਹ ਮਤਲਬ ਜਿਹੜੇ ਜੋ ਵੀ ਬਿੱਲ ਕੀਤੇ ਪਾਸ ਹੈਗੇ, ਇਹ ਕਿਸਾਨਾਂ ਦੇ ਪਰਸੈਂਟ ਤੇ 1% ਵੀ ਹੈ ਨਹੀਂਗੇ। ਜਿਹੜੀ ਗਵਰਨਮੈਂਟ ਜ਼ਿਆਦਾ ਸਟ੍ਰੈਸ ਕਰ ਰਹੀ ਹੈਗੀ ਕਿ ਜਾਣ ਕੇ ਗਵਰਨਮੈਂਟ ਦੇ ਪੱਖ 'ਚ ਮਤਲਬ ਲੋਕਾਂ ਦੇ ਪੱਖ 'ਚ ਹੈਗੀ ਆ, ਕਿਸਾਨਾਂ ਦੇ ਪੱਖ 'ਚ ਹੈਗੀ। ਜਦ ਕਿਸਾਨਾਂ ਨੂੰ ਚਾਹੀਦਾ ਨਹੀਂ ਸੀ ਬਿੱਲ ਇਹ, ਤਾਂ ਕਿਉਂ ਇਹਨਾਂ ਦੇ ਉੱਤੇ ਥੋਪ ਰਹੇ ਹੈਗੇ? ਉਹ ਕਹਿੰਦੇ ਤੁਹਾਨੂੰ ਚੰਗਾ ਕਾਨੂੰਨ ਜੋ ਵੀ ਤੁਸੀਂ ਬਣਾਇਆ ਸਾਨੂੰ ਚਾਹੀਦਾ ਨਹੀਂ, ਸਾਨੂੰ ਮਤਲਬ ਸਾਡੇ ਲਈ ਫਾਇਦੇਮੰਦ ਹੈ ਹੀ ਨਹੀਂ। ਫਿਰ ਕਿਉਂ ਤੁਸੀਂ ਮਤਲਬ ਦੁਬਾਰਾ ਜਾਣ ਕੇ ਸਾਨੂੰ ਕਹੀ ਜਾਂਦੇ ਵੀ ਤੁਹਾਡੇ ਫਾਇਦੇ 'ਚ ਹੈਗਾ। ਸੋ ਇਹ ਲੋਕਾਂ ਦੀ ਰਾਏ, ਜੋ ਕਿਸਾਨਾਂ ਦੀ ਰਾਏ ਹੈ, ਜੋ ਗਰੀਬ ਮਜ਼ਦੂਰਾਂ ਦੀ ਰਾਏ ਹੈ, ਉਹ ਗਵਰਨਮੈਂਟ ਨੂੰ ਕੰਸੀਡਰ ਕਰਨੀ ਚਾਹੀਦੀ ਹੈਗੀ ਔਰ ਉਹਨੂੰ ਕੋਈ ਨਾ ਕੋਈ ਮਤਲਬ ਫੈਸਲਾ ਕਰਨਾ ਚਾਹੀਦਾ ਹੈ। ਇਹ ਨਹੀਂ ਵੀ ਜਾਣ ਕੇ ਮਤਲਬ ਜੋ ਅਸੀਂ ਕਹਿਤਾ ਉਹ ਠੀਕ ਆ, ਜੋ ਅਸੀਂ ਕਾਨੂੰਨ ਬਣਾਤਾ ਠੀਕ ਆ। ਲੋਕਾਂ ਦੀ ਰਾਏ, ਲੋਕਾਂ ਦੇ ਜਿਹੜੀ ਹੈਗੀ ਆ ਲੋਕ ਮਤ ਜਿਹੜੀ ਹੈਗੀ ਆ, ਉਹਨੂੰ ਵੀ ਆਪਣੇ ਜਾਣ ਕੇ ਜੇਬ 'ਚ ਰੱਖਣਾ ਚਾਹੀਦਾ ਹੈਗਾ। ਹਰ ਕੋਈ ਸਰਕਾਰ ਲੋਕਾਂ ਨੂੰ ਮੈਨੀਪੂਲੇਟ ਕਰ ਰਹੀ ਹੈ, ਤੁਹਾਨੂੰ ਲੱਗ ਰਿਹਾ? ਬਿਲਕੁਲ, ਇਹ ਲੋਕਾਂ ਨੂੰ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਇਹ ਲੋਕਾਂ ਨੂੰ ਮੈਨੀਪੂਲੇਟ ਹੀ ਕਰਦੀਆਂ ਹੈਗੀਆਂ, ਹੋਰ ਇਹਨਾਂ ਦਾ ਕੰਮ ਕੋਈ ਨਹੀਂ ਹੁੰਦਾ, ਠੀਕ ਹੈ ਨਾ। ਇਹ ਜਿਹੜੇ ਹੈਗੇ ਆ, ਇਹ ਜਿਹੜੇ ਕਾਨੂੰਨ ਪਾਸ ਕੀਤੇ ਹੈਗੇ ਆ, ਇਹ ਸਿਰਫ ਸਿਰਫ ਕਾਰਪੋਰੇਟਾਂ ਨੂੰ ਬੈਨੀਫਿਟ ਦੇਣ ਤੋਂ ਇਲਾਵਾ ਹੋਰ ਕਿਸੇ ਕੰਮ ਦੇ ਵੀ ਹੈ ਨਹੀਂਗੇ, ਠੀਕ ਨਹੀਂ। ਅਗਰ ਜੇ ਵੀ ਥੋੜੇ ਵਾਲੇ ਵੀ ਕਿਸੇ ਕੰਮ ਦੇ ਹੁੰਦੇ ਤਾਂ ਇਹ ਕਿਸਾਨ ਜਿਹੜੇ ਅੱਜ 20 ਲੱਖ ਕਿਸਾਨ ਜਿਹੜਾ ਹੈਗਾ ਜਾ ਕੇ ਦਿੱਲੀ ਦੇ ਬਾਰਡਰ ਤੇ ਬੈਠਾ ਹੈਗਾ, ਅੱਜ ਬਹਿੰਦਾ ਨਾ ਬਿਲਕੁਲ ਵੀ, ਠੀਕ ਨਹੀਂ। ਇੰਨੀ ਠੰਡ ਦੇ ਵਿੱਚ ਜਾ ਕੇ ਕਿਹਨੂੰ ਹੈਗਾ ਮਤਲਬ ਚਾ ਚੜਿਆ ਵੀ ਜਾ ਕੇ ਉੱਥੇ ਠੰਡ ਦੇ ਵਿੱਚ ਅਸੀਂ ਬੈਠੇ ਅੱਜ 22ਵਾਂ ਦਿਨ ਹੋ ਚੱਲਾ ਹੈਗਾ। ਇਹ ਅੱਗੇ ਵੀ ਕੋਈ ਆਸ ਨਹੀਂ ਹੈਗੀ ਵੀ ਜਾਣ ਕੇ ਕਿੰਨੇ ਦਿਨ ਹੋਰ ਜਾਣ ਕੇ ਤਾਂ ਬੈਠੇ ਰਹਿਣਗੇ ਔਰ ਮੈਨੂੰ ਉਮੀਦ ਆ ਕਿ ਇਹ ਲੋਕ ਇਦਾਂ ਹੀ ਬੈਠੇ ਰਹਿਣਗੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ।